ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰੂਪ ਸਤ ਜਾ ਕਾ ਸਤ ਅਸਥਾਨ। ਪੁਰਖ ਸਤ ਕੇਵਲ ਪ੍ਰਧਾਨ। ਕਰਤੂਤ ਸਤ ਸਤ ਜਾ ਕੀ ਬਾਣੀ। ਸਤ ਪੁਰਖ ਸਭ ਮਹਿ ਸਮਾਣੀ। ਰੂਪ ਸਤ ਜਾ ਕਾ ਸਤ ਅਸਥਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ, ਕਰੁਣਾ ਨਿਧਾਨ ਰਾਜਾਨ ਰਾਜ, ਪੀਰਾਨ ਪੀਰ। ਦੇਵਾਨ ਦੇਵ ਸਾਹਿਬੇ ਆਲਮ, ਸਰਬ ਕਲਾ ਸਮਰੱਥ। ਗਿਆਨ ਕੇ ਭਰਪੂਰ ਸਮੁੰਦਰ, ਫਖਰੇ ਮੌਜੂਦਾਤ। ਸਰਵਰ ਕਾਇਨਾਤ ਕੇ ਵਾਲੀ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਹੋ ਰਹੀ ਹੈ। ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਹੋਏ ਹਨ। ਆਪ ਸੰਗਤਾਂ ਅੰਮ੍ਰਿਤ ਵੇਲੇ ਤੋਂ ਨਿਤਨੇਮ ਬਾਣੀਆਂ ਦੇ ਬੇਅੰਤ ਗੁਰਬਾਣੀ ਦੇ ਜਾਪ ਸਰਵਣ ਕਰਕੇ ਬੇਅੰਤ ਲਾਹਾ ਪ੍ਰਾਪਤ ਕਰ ਰਹੇ ਹੋ। ਜਿੱਥੇ ਆਪ ਸੰਗਤਾਂ ਨੇ ਨਿਤਨੇਮ ਬਾਣੀਆਂ ਦੇ ਜਾਪ ਸਰਵਣ ਕਰਨਾ ਕੀਤੇ ਨੇ, ਅੰਮ੍ਰਿਤ ਵੇਲੇ ਤੋਂ ਸਤਿਗੁਰੂ ਗਰੀਬ ਨਿਵਾਜ ਜੀਆਂ ਦੇ ਦਰ ਦੀਆਂ ਹਾਜ਼ਰੀਆਂ ਭਰ ਕੇ ਸੇਵਾ ਸਿਮਰਨ ਕਰਕੇ ਬੇਅੰਤ ਲਾਹਾ ਪ੍ਰਾਪਤ ਕੀਤਾ ਹੈ। ਉੱਥੇ ਸਤਿਗੁਰੂ ਗਰੀਬ ਨਿਵਾਜ ਜੀਆਂ ਦੀ ਕਿਰਪਾ ਦੇ ਨਾਲ ਪਾਵਨ ਤੁਰਕੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਆਰੰਭ ਹੈ। ਉਸ ਦਾ ਸਮਾਂ ਹੋਇਆ ਹੈ। ਅੱਜ ਦੀਨ ਦੁਨੀਆ ਦੇ ਵਾਲੀ ਸੋਢੀ ਸੁਲਤਾਨ, ਜਿਨ੍ਹਾਂ ਦੇ ਬਾਬਤ ਰਾਏ ਬਲਵੰਡ ਤੇ ਸੱਤਾ ਆਪਣੀ ਬਾਣੀ ਦੇ ਅੰਦਰ ਲਿਖਣਾ ਕਰਦੇ ਨੇ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰੇ ਧਾਰਿਆ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਆਗਮਨ ਪੁਰਬ ਦਿਹਾੜਾ ਹੈ। ਮਹਾਰਾਜ ਜੀ ਦਾ ਅਵਤਾਰ ਲਾਹੌਰ ਦੀ ਚੂਨਾ ਮੰਡੀ ਦੇ ਵਿੱਚ ਸੰਨ 1534 ਈਸਵੀ ਨੂੰ ਕੱਤੇ ਮਹੀਨੇ ਦੀ ਦੂਜੀ ਵਦੀ ਵਾਲੇ ਦਿਨ ਬਾਬਾ ਹਰਦਾਸ ਜੀ ਦੇ ਅਤੇ ਮਾਤਾ ਅਨੂਪੀ ਜੀ ਦੇ ਘਰ ਦੇ ਵਿੱਚ ਹੁੰਦਾ ਹੈ। ਸਤਿਗੁਰੂ ਗਰੀਬ ਨਿਵਾਜ ਜੀ ਆਪਣੇ ਪਰਿਵਾਰ ਦੇ ਵਿੱਚ ਬਾਬਾ ਹਰਦਾਸ ਜੀ ਦੀ ਪਹਿਲੀ ਸੰਤਾਨ ਸਨ। ਸਾਰਿਆਂ ਤੋਂ ਵੱਡੇ ਸਨ ਬੱਚਿਆਂ ਦੇ ਵਿੱਚੋਂ। ਇਸ ਕਰਕੇ ਉਹਨਾਂ ਦਾ ਨਾਮ ਭਾਈ ਜੇਠਾ ਜੀ ਰੱਖਿਆ ਗਿਆ। ਭਾਈ ਜੇਠਾ ਜੀ ਤੋਂ ਬਾਅਦ ਕੁਝ ਸਮੇਂ ਭਾਈ ਹਰਦਿਆਲ ਜੀ, ਸਤਿਗੁਰੂ ਜੀ ਦੇ ਦੂਸਰੇ ਭਰਾ ਜੀ, ਉਹਨਾਂ ਦਾ ਜਨਮ ਹੁੰਦਾ ਹੈ। ਅਤੇ ਫਿਰ ਇੱਕ ਭੈਣ ਬੀਬੀ ਰਮਦਾਸੀ ਜੀ,
ਉਹਨਾਂ ਦਾ ਜਨਮ ਹੁੰਦਾ ਹੈ। ਗਿਆਨੀ ਗਿਆਨ ਸਿੰਘ ਜੀ ਆਪਣੀ ਬਾਣੀ ਅੰਦਰ ਲਿਖਦੇ ਹਨ, ਰਾਮਦਾਸ ਹਰਦਿਆਲ ਸੋਢੀ ਦੋਏ ਭਾਈ, ਇੱਕ ਭੈਣ ਨਾਨਕੀ ਇੱਕ ਭੈਣ ਰਮਦਾਸੀ ਸਕੀ ਅਖਵਾਈ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਤੇ ਬਾਬਾ ਹਰਦਿਆਲ ਜੀ ਸੋਢੀਏ ਦੋ ਭਰਾ ਹਨ। ਬੀਬੀ ਰਮਦਾਸੀ ਜੀ ਇੱਕ ਇਹਨਾਂ ਦੀ ਭੈਣ ਹਨ। ਰਹੋ ਵਿਚਾਰ, ਭਾਈ ਜੇਠਾ ਜੀ ਦੀ ਉਮਰ ਤਕਰੀਬਨ 7 ਸਾਲ ਦੀ ਹੁੰਦੀ ਹੈ ਤੇ ਮਾਤਾ ਪਿਤਾ ਦਾ ਸਵਰਗਵਾਸ ਹੋ ਜਾਂਦਾ ਹੈ। ਸ਼ਰੀਕੇ ਦੇ ਵਿੱਚੋਂ ਕਿਸੇ ਨੇ ਬਾਹ ਨਹੀਂ ਫੜਨਾ ਕੀਤੀ। ਸਾਰੇ ਇਸ ਤਰ੍ਹਾਂ ਆਖਦੇ ਨੇ, ਹੁਣ ਇਹ ਯਤੀਮ ਹੋ ਗਿਆ, ਕੌਣ ਇਹਨਾਂ ਦੀ ਪਾਲਣਾ ਕਰੇਗਾ, ਕਿੱਥੋਂ ਖਾਣਾ ਕਰਨਗੇ। ਸੰਸਾਰਿਕ ਤੌਰ ਤੇ ਬਹੁਤ ਵੱਡੀ ਇਹ ਸੱਟ ਹੈ ਤੇ ਸਹਾਰਨੀ ਬਹੁਤ ਮੁਸ਼ਕਲ ਹੈ। 7 ਸਾਲ ਦੀ ਉਮਰ ਦੇ ਵਿੱਚ ਹੀ ਇੱਕ ਛੋਟੇ ਭਰਾ ਤੇ ਛੋਟੀ ਭੈਣ ਦਾ ਭਾਰ ਸਿਰ ਤੇ ਆਣ ਪਿਆ ਹੈ। ਭਾਈ ਜੇਠਾ ਜੀ ਦੇ ਨਾਨਕੇ ਬਾਸਰ ਕੇ ਨਗਰ ਵਿਖੇ ਹਨ। ਜਦੋਂ ਭਾਈ ਜੇਠਾ ਜੀ ਦੀ ਨਾਨੀ ਨੂੰ ਇਸ ਬਾਰੇ ਪਤਾ ਲੱਗਦਾ ਹੈ ਕਿ ਸਾਡੀ ਪੁੱਤਰੀ ਤੇ ਜਵਾਈ ਚੜ੍ਹਾਈ ਕਰ ਗਏ ਹਨ, ਸਵਰਗਵਾਸ ਹੋ ਗਏ ਹਨ, ਤੇ ਇਤਨੇ ਵੱਡੇ ਸ਼ਰੀਕੇ ਦੇ ਵਿੱਚ ਰਹਿਣਾ, ਉਹਨਾਂ ਦੀਆਂ ਗੱਲਾਂ ਸੁਣਨੀਆਂ, ਮਿਹਣੇ ਸੁਣਨੇ, ਇਹ ਸਹਾਰਨਾ ਬਹੁਤ ਔਖਾ ਹੈ। ਉਹ ਤਿੰਨੇ ਬੱਚਿਆਂ ਨੂੰ ਨਾਲ ਲੈ ਕਰਕੇ ਆਪਣੇ ਨਗਰ ਬਾਸਰ ਕੇ ਆ ਗਏ ਹਨ। ਜਿਸ ਵੇਲੇ ਬਾਸਰ ਕੇ ਆਏ, ਬਾਬਾ ਅਮਰਦਾਸ ਜੀ ਜੋ ਉਸ ਵੇਲੇ ਪਿੰਡ ਦੇ ਮੁਖੀ ਹਨ, ਸੰਗਤਾਂ ਨੂੰ ਨਾਲ ਲੈ ਕਰਕੇ ਦਿਲਾਸਾ ਦੇਣ ਵਾਸਤੇ, ਹੌਸਲਾ ਅਫਜ਼ਾਈ ਕਰਨ ਵਾਸਤੇ ਚੱਲ ਕਰਕੇ ਧੰਨ ਗੁਰੂ ਰਾਮਦਾਸ ਜੀਆਂ ਦੇ ਘਰ ਦੇ ਵਿੱਚ ਆਉਣਾ ਕਰਦੇ ਨੇ। ਇਹਨਾਂ ਦਾ ਸੁਭਾਅ ਵੇਖ ਕਰਕੇ ਬੜਾ ਹੀ ਪ੍ਰੇਮ ਕਰਨਾ ਕਰਦੇ ਨੇ ਤੇ ਅੱਗੇ ਲੋੜ ਪੈਣ ਤੇ ਹਰ ਵੇਲੇ ਸਹਾਇਤਾ ਕਰਨ ਦਾ ਬਚਨ ਦਿੰਦੇ ਹਨ। ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਕਿ ਇਹ ਤਕਰੀਬਨ ਉਹੀ ਸਮਾਂ ਹੈ ਜਦੋਂ ਬ੍ਰਹਮਚਾਰੀ ਵਾਲਾ ਭਾਣਾ ਵਾਪਰਨਾ ਕੀਤਾ ਸੀ। ਗੁਰੂ ਅਮਰਦਾਸ ਜੀ ਦੇ ਹਿਰਦੇ ਤੇ ਸੱਟ ਵੱਜੀ ਸੀ ਕਿ ਅਸੀਂ ਨਿਗਰੇ ਹਾਂ ਤੇ ਗੁਰੂ ਦੀ ਭਾਲ ਵਿੱਚ ਹਨ। ਇਧਰ ਭਾਈ ਜੇਠਾ ਜੀ ਨੂੰ ਮਿਲ ਕਰਕੇ ਬਾਬਾ ਅਮਰਦਾਸ ਜੀ ਬੀਬੀ ਅਮਰੋ ਜੀ ਤੋਂ ਬਾਣੀ ਸੁਣ ਕਰਕੇ ਤੇ ਆਪ ਖਡੂਰ ਸਾਹਿਬ ਦੀ ਧਰਤੀ ਤੇ ਚਲੇ ਗਏ ਹਨ। ਖਡੂਰ ਸਾਹਿਬ ਜਾ ਕਰਕੇ ਸਮਝੋ ਉੱਥੋਂ ਦੇ ਹੋ ਕਰਕੇ ਰਹਿ ਗਏ। ਇਧਰ ਭਾਈ ਜੇਠਾ ਜੀ ਦੀ ਹਾਲਤ ਉਹ ਹੋ ਗਈ ਜਿਹੜੀ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਬਿਆਨ ਕੀਤੀ ਹੈ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਲਾਹੌਰ ਦੀਆਂ ਪਹਿਲਾਂ ਗਲੀਆਂ ਦੇ ਵਿੱਚ ਰੁਲਦੇ ਰਹੇ ਤੇ ਹੁਣ ਬਾਸਰ ਕੇ ਵਾਹਿਗੁਰੂ ਗੋਇੰਦਵਾਲ ਸਾਹਿਬ ਦੀਆਂ, ਬਾਸਰ ਕੇ ਨਗਰ ਦੀਆਂ ਗਲੀਆਂ ਦੇ ਵਿੱਚ ਇਸ ਤਰ੍ਹਾਂ ਰੁਲਣਾ ਕਰਦੇ ਹਨ। ਛੋਟੀ ਉਮਰ ਦੇ ਵਿੱਚ ਹੀ ਨਾਨੀ ਨੇ ਘੁੰਗਣੀਆਂ ਤਿਆਰ ਕਰਕੇ ਦੇਣੀਆਂ ਤੇ ਵੇਚਣ ਵਾਸਤੇ ਛਾਬੇ ਦੇ ਵਿੱਚ ਪਾ ਕਰਕੇ ਤਲਾਬ ਤੇ ਭੇਜ ਦੇਣਾ। ਜਾ ਕਰਕੇ ਤਲਾਬ ਤੇ ਜਿਹੜੇ ਇਸ਼ਨਾਨ ਕਰਕੇ ਬਾਹਰ ਨਿਕਲਦੇ ਜਾਂ ਘੁੰਮ ਫਿਰ ਕਰਕੇ ਥੱਕ ਹਾਰ ਕਰਕੇ ਛਾਵੇਂ ਆ ਕਰਕੇ ਬੈਠਦੇ ਤੇ ਉਹਨਾਂ ਨੇ ਆ ਕਰਕੇ ਘੁੰਗਣੀਆਂ ਕਿਸੇ ਨੇ ਖਰੀਦ ਲੈਣੀਆਂ। ਕਿਸੇ ਨੂੰ ਭੁੱਖਾ ਵੇਖ ਕਰਕੇ ਗੁਰੂ ਰਾਮਦਾਸ ਜੀ ਕਿਸੇ ਨੂੰ 2 ਬੁੱਕਾਂ ਵੀ ਦੇ ਦਿੰਦੇ ਸਨ। ਇਸ ਤਰ੍ਹਾਂ ਇਹ ਜਿਹੜੀ ਕਾਰ ਸੀ ਚੱਲਣਾ ਕੀਤੀ। ਕਈ ਵਾਰੀ ਮਨ ਦੇ ਵਿੱਚ ਵਿਚਾਰ ਆਇਆ ਕਿ ਫੇਰੀ ਲਾ ਲਿਆ ਕਰੀਏ, ਪਰ ਨਾਨੀ ਜੀ ਆਪਣੇ ਅੱਖੋਂ ਓਹਲਾ ਹੁੰਦਾ ਨਹੀਂ ਵੇਖ ਸਕਦੇ ਸਨ, ਇਸ ਕਰਕੇ ਇਨਕਾਰ ਕਰ ਦਿੰਦੇ ਸਨ। ਤਾਂ ਸਮਾਂ ਜਿਹੜਾ ਹੈ ਬਹੁਤ ਹੀ ਔਖਾ ਲੰਘਾਉਣਾ ਕੀਤਾ। ਫਿਰ ਜਿਸ ਵੇਲੇ ਤਕਰੀਬਨ 1541 ਈਸਵੀ ਦੇ ਵਿੱਚ ਬਾਬਾ ਅਮਰਦਾਸ ਜੀ ਦੇ ਉੱਪਰ ਗੁਰੂ ਅੰਗਦ ਸਾਹਿਬ ਮਹਾਰਾਜ ਜੀਆਂ ਦੀ ਬਖਸ਼ਿਸ਼ ਹੋਈ, 12 ਵਾਰ ਬਖਸ਼ਿਸ਼ ਕਰਨਾ ਕੀਤੇ ਤੇ ਸੇਵਾ ਲਾਉਣਾ ਕੀਤੀ, ਤੁਸੀਂ ਗੋਇੰਦਵਾਲ ਸਾਹਿਬ ਨਗਰ ਵਸਾਓ ਤੇ ਨਗਰ ਵਸਾ ਕਰਕੇ ਤੁਸੀਂ ਜਾਓ ਆਪਣੇ ਪਰਿਵਾਰ ਨੂੰ ਵੀ, ਸਕੇ ਸੰਬੰਧੀਆਂ ਨੂੰ ਨਾਲ ਲੈ ਕਰਕੇ
ਤੇ ਬਾਸਰ ਕੇ ਤੋਂ ਗੋਇੰਦਵਾਲ ਸਾਹਿਬ ਆਕਰ ਕੇ ਵਸ ਜਾਣਾ ਕਰੋ। ਬਾਬਾ ਅਮਰਦਾਸ ਜੀ ਗੋਇੰਦਵਾਲ ਸਾਹਿਬ ਆਉਣ ਵਾਸਤੇ ਆਪਣੇ ਪਰਿਵਾਰ ਨੂੰ ਤਿਆਰ ਕਰ ਰਹੇ ਨੇ। ਬਾਸਰਕੇ ਦੀਆਂ ਸੰਗਤਾਂ ਨੂੰ ਪਤਾ ਲੱਗਿਆ ਤੇ ਵਿਦਾ ਕਰਨ ਵਾਸਤੇ ਨਾਲ ਚੱਲ ਕਰਕੇ ਆਏ ਹਨ। ਇਸੇ ਇਕੱਠ ਦੇ ਵਿੱਚ ਭਾਈ ਜੇਠਾ ਜੀ ਵੀ ਆਪਣੇ ਪਰਿਵਾਰ ਦੇ ਸਮੇਤ ਬਾਸਰਕੇ ਤੋਂ ਗੋਇੰਦਵਾਲ ਸਾਹਿਬ ਆ ਗਏ ਹਨ। ਗੋਇੰਦਵਾਲ ਸਾਹਿਬ ਆ ਕਰਕੇ ਜੋ ਉਸਾਰੀ ਦਾ ਕੰਮ ਹੁੰਦਾ ਹੈ, ਉਸਾਰੀ ਦੀ ਸੇਵਾ ਚੱਲਦੀ ਹੈ, ਉਹਦੇ ਵਿੱਚ ਹਿੱਸਾ ਲੈਂਦੇ ਹਨ। ਕੀਰਤਨ ਸੁਣਨਾ ਕਰਦੇ ਨੇ, ਦੀਵਾਨ ਦੀ ਹਾਜ਼ਰੀ ਭਰਦੇ ਹਨ ਤੇ ਨਾਲ ਆਪਣੀ ਘੁੰਗਣੀਆਂ ਦੀ ਕਾਰ ਜਾਰੀ ਰੱਖਣਾ ਕਰਦੇ ਨੇ। ਕਿਰਤ ਕਰਕੇ, ਸੇਵਾ ਕਰਕੇ ਤੇ ਆਪਣਾ ਪੇਟ ਭਰਦੇ ਹਨ। ਸਮਾਂ ਆਪਣੀ ਚਾਲ ਚੱਲਿਆ ਹੈ। ਇੱਕ ਦਿਨ ਗੁਰੂ ਅਮਰਦਾਸ ਸਤਿਗੁਰੂ ਜੀ ਦੇ ਮਹਿਲ ਬੀਬੀ ਮਨਸਾ ਦੇਵੀ ਜੀ ਮਹਾਰਾਜ ਸਤਿਗੁਰੂ ਜੀ ਨੂੰ ਕਹਿਣ ਲੱਗੇ ਕਿ ਆਪਣੀ ਪੁੱਤਰੀ ਬੀਬੀ ਭਾਨੀ ਹੁਣ ਵਿਆਹੁਣ ਯੋਗ ਹੋ ਗਈ ਹੈ, ਉਹਨਾਂ ਵਾਸਤੇ ਚੰਗਾ ਵਰ ਭਾਲਣਾ ਕਰੀਏ। ਤੇ ਗੁਰੂ ਸਾਹਿਬ ਜੀ ਨੇ ਉਸ ਵੇਲੇ ਸੁਭਾਵਕ ਹੀ ਪੁੱਛ ਲਿਆ, ਕਹਿਣ ਲੱਗੇ ਵਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ? ਮਾਤਾ ਜੀ ਕਹਿਣ ਲੱਗੇ ਵਰ ਉਹ ਹੋਵੇ ਜਿਹੜਾ ਹਮੇਸ਼ਾ ਸੇਵਾ ਨੂੰ ਤਤਪਰ ਰਹਿੰਦਾ ਹੋਵੇ। ਗੁਰੂ ਰਾਮਦਾਸ ਜੀ ਮਹਾਰਾਜ ਖੜੇ ਸਨ, ਉਹਨਾਂ ਵੱਲ ਇਸ਼ਾਰਾ ਕਰਕੇ ਕਹਿਣ ਲੱਗੇ ਇਹੋ ਜਿਹਾ ਵਰ ਹੋਣਾ ਚਾਹੀਦਾ ਹੈ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਾਤਾ ਜੀ, ਬੀਬੀ ਜੀ, ਇਹਨਾਂ ਵਰਗਾ ਤਾਂ ਫਿਰ ਕੋਈ ਦੂਸਰਾ ਨਹੀਂ, ਇਹੋ ਹੀ ਹਨ। ਬੀਬੀ ਭਾਨੀ ਜੀ ਦਾ ਰਿਸ਼ਤਾ ਭਾਈ ਜੇਠਾ ਜੀ ਦੇ ਨਾਲ ਕੀਤਾ ਗਿਆ ਹੈ, ਪਰ ਫਿਰ ਵੀ ਸੇਵਾ ਭਾਵਨਾ ਦੇ ਵਿੱਚ ਕੋਈ ਕਮੀ ਨਹੀਂ ਆਈ ਕਿ ਹੁਣ ਅਸੀਂ ਗੁਰੂ ਘਰ ਦੇ ਜਵਾਈ ਬਣ ਗਏ ਹਾਂ ਤੇ ਸੇਵਾ ਕਿਉਂ ਕਰੀਏ। ਬੌਲੀ ਸਾਹਿਬ ਦੀ ਸੇਵਾ ਚੱਲਦੀ ਹੈ ਤੇ ਤਨ ਮਨ ਦੇ ਨਾਲ ਸੇਵਾ ਕਰਨਾ ਕਰਦੇ ਹਨ। ਇੱਥੋਂ ਤੱਕ ਇੱਕ ਵਾਰੀ ਉਹਨਾਂ ਦੇ ਰਿਸ਼ਤੇਦਾਰ ਲਾਹੌਰ ਤੋਂ ਚੱਲ ਕਰਕੇ ਆਏ ਕਿ ਹੁਣ ਤਾਂ ਜਿਹੜਾ ਭਾਈ ਹਰਦਾਸ ਦਾ ਪੁੱਤਰ ਹੈ ਉਹ ਗੁਰੂ ਨਾਨਕ ਦੇ ਘਰ ਦਾ ਜਵਾਈ ਬਣ ਗਿਆ, ਬੜੇ ਠਾਠ ਬਾਠ ਨਾਲ ਰਹਿੰਦਾ ਹੋਵੇਗਾ। ਆ ਕਰਕੇ ਦੇਖਿਆ ਸਿਰ ਦੇ ਉੱਪਰ ਟੋਕਰੀ ਚੁੱਕੀ ਹੋਈ, ਮੈਲੇ ਵਸਤਰ ਪਾਏ ਹੋਏ ਹਨ ਤੇ ਕਹਿਣ ਲੱਗੇ ਕਿ ਤੂੰ ਸਾਡੀ ਸੋਢੀਆਂ ਦੀ ਕੁਲ ਨੂੰ ਦਾਗ ਲਾ ਦਿੱਤਾ ਹੈ, ਤੂੰ ਸਹੁਰੇ ਘਰ ਆ ਕੇ ਇੱਥੇ ਸੇਵਾ ਕਰ ਰਿਹਾ ਹੈ। ਤੇ ਜਦੋਂ ਗੁਰੂ ਅਮਰਦਾਸ ਮਹਾਰਾਜ ਨੂੰ ਇਸ ਗੱਲ ਬਾਰੇ ਪਤਾ ਲੱਗਿਆ ਤੇ ਸਤਿਗੁਰੂ ਜੀ ਕਹਿਣ ਲੱਗੇ ਕਿ ਤੁਹਾਨੂੰ ਇਹ ਟੋਕਰੀ ਦਿਸਦੀ ਹੋਵੇਗੀ, ਸਾਨੂੰ ਤੇ ਗੁਰੂ ਨਾਨਕ ਦੇ ਘਰ ਦਾ ਚੌਰ ਚੁਲਦਾ, ਛਤਰ ਚੁਲਦਾ ਨਜ਼ਰ ਆਉਂਦਾ ਹੈ। ਸਤਿਗੁਰਾਂ ਨੇ ਉੱਥੇ ਬਚਨ ਕਰ ਦੇਣਾ ਕੀਤੇ ਕਿ ਇਹਨਾਂ ਦੇ ਘਰ, ਇਹਨਾਂ ਦੇ ਸੀਸ ਦੇ ਉੱਪਰ ਚਵਰ ਢੁਲਣਾ ਕਰੇਗਾ, ਇਹਨਾਂ ਦੇ ਸੀਸ ਦੇ ਉੱਪਰ ਛਤਰ ਝੁਲਣਾ ਕਰੇਗਾ। ਫਿਰ ਸਤਿਗੁਰੂ ਗਰੀਬ ਨਵਾਜ ਬੜੀ ਸੇਵਾ ਭਾਵਨਾ ਦੇ ਨਾਲ, ਬੜੇ ਹਿਰਦੇ ਦੇ ਵਿੱਚ ਭਾਵਨਾ ਦੇ ਨਾਲ ਸੇਵਾ ਕਰਨਾ ਕਰਦੇ ਹਨ। ਸਮਾਂ ਆਪਣੀ ਚਾਲ ਚੱਲਦਾ ਹੈ ਤੇ ਸਤਿਗੁਰੂ ਗਰੀਬ ਨਵਾਜ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਵਿਚਾਰ ਕਰਦੇ ਨੇ ਕਿ ਹੁਣ ਗੁਰਤਾ ਗੱਦੀ ਦੇਣੀ ਹੈ ਤੇ ਕਿਸੇ ਦੇ ਮਨ ਦੇ ਵਿੱਚ ਕੋਈ ਮਨ ਮੁਟਾ ਨਾ ਰਹਿ ਜਾਵੇ। ਸੰਗਤਾਂ ਨੇ ਬੇਨਤੀ ਕੀਤੀ, ਸਤਿਗੁਰੂ ਜੀ ਅਗਲੀ ਗੁਰਤਾ ਗੱਦੀ ਕਿਸ ਨੂੰ ਮਿਲੇਗੀ? ਸਤਿਗੁਰਾਂ ਨੇ ਪਰਖ ਲੈਣ ਵਾਸਤੇ ਆਪਣੇ ਦੋਨਾਂ ਜਵਾਈਆਂ ਨੂੰ ਬੁਲਾਇਆ ਹੈ, ਭਾਈ ਰਾਮਾ ਜੀ ਤੇ ਭਾਈ ਜੇਠਾ ਜੀ। ਦੋਨਾਂ ਨੂੰ ਬੁਲਾ ਕਰਕੇ ਕਹਿਣ ਲੱਗੇ ਤੁਸੀਂ ਇਸ ਤਰ੍ਹਾਂ ਕਰੋ, ਸਾਡੇ ਬੈਠਣ ਯੋਗ ਇੱਕ ਸੁੰਦਰ ਥੜਾ ਬਣਾਉਣਾ ਕਰੋ, ਜਿਸ ਦਾ ਥੜਾ ਸੁੰਦਰ ਹੋਵੇਗਾ, ਸਾਨੂੰ ਪਸੰਦ ਆਵੇਗਾ, ਉਸ ਦੇ ਉੱਪਰ ਅਸੀਂ ਬੈਠਾਂਗੇ। ਦੋਨਾਂ ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਨੇ ਆਪਣੇ ਆਪਣੇ ਥੜੇ ਬਣਾਏ ਹਨ। ਸਵੇਰ ਨੂੰ ਥੜਾ ਬਣਾਇਆ, ਸ਼ਾਮ ਨੂੰ ਜਾ ਕਰਕੇ ਗੁਰੂ ਅਮਰਦਾਸ ਜੀ ਨੇ ਦੇਖਿਆ, ਕਹਿਣ ਲੱਗੇ ਇਹ ਥੜਾ ਸਾਡੇ ਬੈਠਣ ਯੋਗ ਨਹੀਂ, ਇਹਨੂੰ ਢਾਹ ਦਿਓ। ਥੜਾ ਢਾਹ ਦਿੱਤਾ ਹੈ। ਦੂਸਰੇ ਦਿਨ ਫੇਰ ਥੜੇ ਬਣਾਏ ਗਏ। ਸ਼ਾਮ ਨੂੰ ਬਾਬਾ ਅਮਰਦਾਸ ਜੀ ਵੇਖਣ ਵਾਸਤੇ ਗਏ ਤੇ ਕਹਿਣ ਲੱਗੇ ਇਹ ਵੀ ਥੜਾ ਸਾਡੇ ਬੈਠਣ ਯੋਗ ਨਹੀਂ, ਇਸ ਨੂੰ ਵੀ ਢਾਹ ਦਿਓ। ਤੀਸਰੇ ਦਿਨ ਫਿਰ ਥੜੇ ਬਣਾਏ ਗਏ।
ਤੇ ਤੀਸਰੇ ਦਿਨ ਜਦੋਂ ਸਤਿਗੁਰਾਂ ਨੇ ਕਿਹਾ ਵੀ ਇਹ ਸਾਡੇ ਬੈਠਣ ਯੋਗ ਥੜਾ ਨਹੀਂ ਬਣਿਆ, ਇਸ ਨੂੰ ਢਾਹ ਦਿਓ, ਭਾਈ ਰਾਮਾ ਜੀ ਅੱਖ ਕਰਕੇ ਕਹਿਣ ਲੱਗੇ, ਤੁਸੀਂ ਬਜ਼ੁਰਗ ਹੋ ਗਏ ਹੋ, ਤੁਹਾਡੀ ਬਜ਼ੁਰਗਾਂ ਵਾਲੀ ਮੱਤ ਹੋ ਗਈ, ਇੰਨੇ ਵਾਰ ਅਸੀਂ ਇੰਨੇ ਸੋਹਣੇ ਥੜੇ ਬਣਾਏ ਤੇ ਤੁਸੀਂ ਕਹਿੰਦੇ ਹੋ ਸਾਡੇ ਬੈਠਣ ਯੋਗ ਨਹੀਂ, ਸਾਨੂੰ ਪਸੰਦ ਨਹੀਂ ਹੈ, ਢਾਹ ਦਿਓ। ਤੁਹਾਡੀ ਪਸੰਦ ਦਾ, ਤੁਹਾਡੀ ਮਰਜ਼ੀ ਦਾ ਥੜਾ ਨਹੀਂ ਬਣ ਸਕਦਾ। ਬੜਾ ਅੱਕ ਕੇ ਰੋਹ ਦੇ ਵਿੱਚ ਬੋਲੇ ਹਨ। ਗੁਰੂ ਅਮਰਦਾਸ ਮਹਾਰਾਜ ਭਾਈ ਜੇਠਾ ਜੀ ਦੇ ਕੋਲ ਗਏ ਹਨ, ਕਹਿਣ ਲੱਗੀ ਥੜਾ ਸਾਡੇ ਬੈਠਣ ਯੋਗ ਨਹੀਂ, ਇਸ ਨੂੰ ਢਾਹ ਦਿਓ। ਭਾਈ ਜੇਠਾ ਜੀ ਹੱਥ ਜੋੜ ਕਰਕੇ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ, ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜੀ ਰਾਮ, ਸਾਡੀ ਤੁੱਛ ਬੁੱਧੀ ਹੈ, ਸਾਡੀ ਮਾੜੀ ਮੱਤ ਹੈ, ਛੋਟੀ ਮੱਤ ਹੈ, ਤੁਸੀਂ ਆਪ ਕਿਰਪਾ ਕਰੋ, ਆਪ ਸਮਤ ਬਖਸ਼ਿਸ਼ ਕਰਨਾ ਕਰੋ, ਜੋ ਤੁਹਾਡੇ ਬੈਠਣ ਯੋਗ ਅਸੀਂ ਥੜਾ ਬਣਾ ਸਕੀਏ। ਸਤਿਗੁਰਾਂ ਨੇ ਅਸਲ ਦੇ ਵਿੱਚ ਅੰਦਰ ਦਾ ਥੜਾ ਵੇਖਣਾ ਹੈ, ਜਿੱਥੇ ਆਪਣੀ ਜੋਤ ਟਿਕਾਉਣੀ ਹੈ। ਇਹ ਬਾਹਰਲੇ ਥੜੇ ਬਣਾਉਣ ਦਾ ਭਾਵ ਕੇਵਲ ਇੱਕ ਪਰਖ ਨਹੀਂ ਹੈ, ਇਹ ਅੰਦਰ ਦੀ ਪਰਖ ਕਰਨੀ, ਹਿਰਦੇ ਦੀ ਪਰਖ ਕਰਨੀ ਹੈ। ਜਿੱਥੇ ਜੋਤ ਟਿਕਾਉਣੀ ਹੈ, ਉਹ ਕਿੰਨਾ ਕੁ ਨਿਰਮਲ ਹੈ, ਕਿੰਨਾ ਕੁ ਸ਼ੁੱਧ ਹੈ, ਕਿੰਨਾ ਕੁ ਪਾਵਨ ਹੈ। ਤੇ ਸਤਿਗੁਰਾਂ ਨੇ ਫਿਰ ਇਸ ਤਰ੍ਹਾਂ ਪਰਖ ਲੈ ਕਰਕੇ, ਰੀਝ ਕਰਕੇ, ਪ੍ਰਸੰਨ ਹੋ ਕਰਕੇ ਤੇ ਮਾਤਾ ਭਾਨੀ ਜੀ ਨੂੰ ਵੀ ਬਚਨ ਦੇਣਾ ਕੀਤੇ ਸਨ। ਉਹਨਾਂ ਬਚਨਾਂ ਦੀ ਪਾਲਣਾ ਕਰਦੇ ਹੋਏ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੂੰ ਆਪਣੀ ਗੱਦੀ ਤੇ ਵਿਰਾਜਮਾਨ ਕਰਨਾ ਕੀਤਾ ਹੈ। ਸੋ ਆਪ ਸਰਬੱਤ ਸੰਗਤਾਂ ਨੂੰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀਆਂ ਦੇ ਪਾਵਨ ਪਵਿੱਤਰ ਅਵਤਾਰ ਪੁਰਬ ਦੀਆਂ ਕੋਟਾਨ ਕੋਟ ਮੁਬਾਰਕਾਂ ਹੋਵਣ ਜੀ। ਸਤਿਗੁਰੂ ਗਰੀਬ ਨਵਾਜ ਕਿਰਪਾ ਕਰਨ, ਸਭਨਾਂ ਨੂੰ ਦਰੋਂ ਕਰੋ ਗੁਰਸਿੱਖੀ ਨਾਮ ਦਾ ਭਰੋਸਾ ਦਾਨ, ਸੇਵਾ ਭਾਵਨਾ ਬਖਸ਼ਿਸ਼ ਕਰਕੇ ਨਿਹਾਲ ਕਰਨ। ਹੁਣ ਜਿਵੇਂ ਸਤਿਗੁਰੂ ਗਰੀਬ ਨਵਾਜ ਸਾਡੇ ਤੇ ਕਿਰਪਾ ਕਰਦੇ ਨੇ, ਪਾਵਨ ਪਵਿੱਤਰ ਸ਼ਬਦ ਦੀ ਬਖਸ਼ਿਸ਼ ਕਰਦੇ ਹਨ, ਉਸ ਦੀ ਵਿਚਾਰ ਨੂੰ ਸਰਵਣ ਕਰੀਏ ਜੀ। ਰਸਨਾ ਨੂੰ ਕਰੀਏ ਪਵਿੱਤਰ ਉਚਾਰਨ ਕਰੋ, ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰੂਪ ਸਤ ਜਾ ਕਾ ਸਤ ਅਸਥਾਨ, ਇੱਥੇ ਸਤਿਗੁਰੂ ਗਰੀਬ ਨਵਾਜ ਸ੍ਰੀ ਗੁਰੂ ਅਰਜਨ ਸਾਹਿਬ ਜੀ ਉਸ ਵਾਹਿਗੁਰੂ ਪਰਮਾਤਮਾ ਦੀ ਕਰਨੀ ਤੇ ਉਸ ਦੀ ਮਹਿਮਾ ਦਾ ਜ਼ਿਕਰ ਕਰਦੇ ਹਨ। ਉਹਦੀ ਸਤਤਾ ਦਾ ਜ਼ਿਕਰ ਕਰਦੇ ਨੇ ਕਿ ਉਹ ਪਰਮਾਤਮਾ ਕਿੰਨਾ ਕੁ ਸੱਚਾ ਹੈ। ਸਤਿਗੁਰੂ ਗਰੀਬ ਨਵਾਜ ਪਾਵਨ ਪਦੇ ਦੀ ਆਰੰਭਤਾ ਕਰਦੇ ਹਨ ਕਿ ਰੂਪ ਸਤ ਜਾ ਕਾ ਸਤ ਅਸਥਾਨ, ਜਿਸ ਪਰਮਾਤਮਾ ਦਾ ਰੂਪ, ਜਿਹੜੇ ਉਸ ਦੇ ਨਿਰਗੁਣ ਸਰੂਪ ਹਨ, ਸਰਗੁਣ ਸਰੂਪ ਹਨ, ਉਹ ਵੀ ਸੱਚੇ ਹਨ। ਫਿਰ ਜਿਸ ਪਰਮਾਤਮਾ ਦਾ ਅਸਥਾਨ, ਜਿਸਨੇ ਵੀ ਉਸ ਦੇ ਅਸਥਾਨ ਬਣਾਏ ਹੋਏ ਹਨ, ਜਾਂ ਸੱਚਖੰਡ ਰੂਪੀ ਜੋ ਉਸ ਦਾ ਅਸਥਾਨ ਹੈ, ਉਹ ਵੀ ਸੱਚਾ ਹੈ। ਰੂਪ ਜੋ ਉਸ ਵਾਹਿਗੁਰੂ ਪਰਮਾਤਮਾ ਦਾ ਰੂਪ ਹੈ। ਭਾਈ ਨੰਦ ਲਾਲ ਜੀ ਨੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਿਆ, ਕਹਿਣ ਲੱਗੇ, ਸਤਿਗੁਰੂ ਗਰੀਬ ਨਵਾਜ ਸਿੱਖਾਂ ਨੇ ਤੁਹਾਡੇ ਦਰਸ਼ਨ ਕਰਨੇ ਹੋਣ ਤੇ ਕਿਸ ਤਰ੍ਹਾਂ ਹੋਣਗੇ? ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਭਾਈ ਨੰਦ ਲਾਲ ਜੀ, ਇੱਕ ਸਾਡਾ ਨਿਰਗੁਣ ਸਰੂਪ ਹੈ ਜੋ ਸਾਰਿਆਂ ਥਾਵਾਂ ਤੇ ਰਮਿਆ ਹੋਇਆ ਹੈ। ਜਿੱਥੇ ਵੀ ਕੋਈ ਯਾਦ ਕਰੇਗਾ, ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਬਾਣੀ ਪੜ੍ਹਨਾ ਕਰੇਗਾ, ਉੱਥੇ ਅਸੀਂ ਪ੍ਰਗਟ ਹੋਣਾ ਕਰਾਂਗੇ, ਦਰਸ਼ਨ ਦੇਣਾ ਕਰਾਂਗੇ। ਪੂਨੇ ਸਤਾਰੇ ਦੀ ਜੇਲ੍ਹ ਦੇ ਵਿੱਚ ਬਾਲਾ ਰਾਏ ਤੇ ਰੁਸਤਮ ਰਾਏ, ਇਹਨਾਂ ਨੇ ਉਹ ਜੋ ਜੇਲ੍ਹ ਦਾ ਪਹਿਰੇਦਾਰ ਸੀ, ਉਸ ਦੇ ਕੋਲੋਂ ਬਾਣੀ ਸੁਣਨਾ ਕੀਤੀ। ਬਾਣੀ ਦਾ ਜਾਪ ਕਰ ਰਿਹਾ ਸੀ, ਸ੍ਰੀ ਸੁਖਮਨੀ ਸਾਹਿਬ ਦਾ। ਇਹਨਾਂ ਨੇ ਬਾਣੀ ਸਰਵਣ ਕੀਤੀ ਤੇ ਕਹਿਣ ਲੱਗੇ, ਤੂੰ ਕਿਸ ਦੀ ਬਾਣੀ ਪੜ੍ਹਦਾ? ਕਹਿਣ ਲੱਗਿਆ, ਮੈਂ ਗੁਰੂ ਅਰਜਨ ਸਾਹਿਬ ਦੀ ਉਚਾਰਨ ਕੀਤੀ ਹੋਈ ਬਾਣੀ ਪੜ੍ਹਦਾ ਹਾਂ।
ਕਹਿਣ ਲੱਗੇ, ਤੂੰ ਜੋ ਬਾਣੀ ਪੜ੍ਹ ਰਿਹਾ ਹੈ ਇਹਦੇ ਵਿੱਚ ਲਿਖਿਆ ਹੈ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਕੀ ਇਹ ਸਤਿਗੁਰੂ ਜੀ ਸਾਡੇ ਪ੍ਰਤੱਖ ਬੰਧਨਾਂ ਨੂੰ ਕੱਟ ਸਕਦੇ ਹਨ? ਕਹਿਣ ਲੱਗਿਆ, ਜ਼ਰੂਰ ਕੱਟ ਸਕਦੇ ਹਨ। ਭਾਵਨਾ ਦੇ ਨਾਲ ਬਾਣੀ ਪੜ੍ਹਨਾ ਕਰੋ। ਉਹਨਾਂ ਦੋਨਾਂ ਭਰਾਵਾਂ ਨੇ ਬੜੀ ਪ੍ਰੇਮ ਭਾਵਨਾ ਦੇ ਨਾਲ ਬਾਣੀ ਦਾ ਜਾਪ ਕੀਤਾ। ਸਤਿਗੁਰੂ ਪਾਤਸ਼ਾਹ ਜੀਆਂ ਨੂੰ ਸੱਚਖੰਡ ਗਮਨ ਕੀਤਿਆਂ 30 ਸਾਲ ਬਤੀਤ ਹੋ ਗਏ ਹਨ। 30 ਸਾਲ ਬਾਅਦ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਪੂਨੇ ਸਤਾਰੀ ਦੀ ਜੇਲ੍ਹ ਵਿੱਚੋਂ ਬਾਲਾ ਰਾਏ ਤੇ ਰੁਸਤਮ ਰਾਏ ਨੂੰ ਆਪਣੇ ਘੋੜੇ ਦੀਆਂ ਕਾਠੀਆਂ ਫੜਾ ਕਰਕੇ ਬਾਹਰ ਕੱਢਿਆ ਹੈ। ਇਹ ਨਾਮ ਰੂਪ ਹੈ। ਇਹ ਵੀ ਉਸ ਵਾਹਿਗੁਰੂ ਪਰਮਾਤਮਾ ਦਾ ਇੱਕ ਬਾਣੀ ਰੂਪ ਹੈ, ਜਿਸ ਨੂੰ ਸਤਿਗੁਰੂ ਜੀ ਕਹਿੰਦੇ ਨੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਜੋ ਬਾਣੀ ਕਹਿੰਦੀ ਹੈ, ਜੇਕਰ ਸੇਵਕ ਮੰਨ ਲੈਂਦੇ ਹਨ, ਕਮਾ ਲੈਂਦੇ ਹਨ, ਗੁਰਬਾਣੀ ਪ੍ਰਤੱਖ ਹੋ ਕਰਕੇ ਉਹਨਾਂ ਦਾ ਨਿਸਤਾਰਾ ਕਰਦੀ ਹੈ, ਉਹਨਾਂ ਦਾ ਪਾਰ ਉਤਾਰਾ ਕਰਦੀ ਹੈ। ਸਤਿਗੁਰੂ ਗਰੀਬ ਨਵਾਜ ਕਹਿੰਦੇ, ਇੱਕ ਸਾਡਾ ਨਿਰਗੁਣ ਸਰੂਪ ਹੈ ਜੋ ਸਾਰੇ ਥਾਵਾਂ ਤੇ ਰਮਿਆ ਹੋਇਆ ਹੈ, ਇੱਕ ਸਾਡਾ ਸਿਰਗੁਣ ਸਰੂਪ ਹੈ। ਸਰਗੁਣ ਸਰੂਪ ਜਿਹੜਾ ਹੈ, ਸਤਿਗੁਰੂ ਜੀ ਕਹਿੰਦੇ ਨੇ, ਖਾਲਸਾ ਮੇਰੂ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਸਾਡਾ ਜੋ ਖਾਲਸਾ ਹੈ, ਇਹਦੇ ਅੰਦਰੋਂ ਸਾਡੇ ਦਰਸ਼ਨ ਹੋਣਗੇ, ਸਾਡੇ ਸਿੱਖਾਂ ਦੇ ਵਿੱਚੋਂ ਸਾਡੇ ਦਰਸ਼ਨ ਹੋਣਾ ਕਰਨਗੇ। ਏਕ ਰੂਪ ਮੇਰੋ ਗ੍ਰੰਥ ਜੀ ਆਹੇ, ਇੱਕ ਸਾਡਾ ਰੂਪ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜੋ 10 ਗੁਰੂਆਂ ਦੀ ਜੋਤ ਟਿਕਾਉਣਾ ਕੀਤੀ ਹੈ। ਕਹਿੰਦੇ, ਜੇ ਕੋ ਮੁਝ ਦਰਸ਼ਨ ਕੀ ਚਾਹੇ, ਜਿਸ ਨੂੰ ਸਾਡੇ ਦਰਸ਼ਨਾਂ ਦੀ ਇੱਛਾ ਹੈ, ਉਹ ਪ੍ਰੇਮ ਭਾਵਨਾ ਦੇ ਨਾਲ ਆ ਕਰਕੇ ਗ੍ਰੰਥ ਜੀ ਪੜ੍ਹੇ, ਸੁਣੇ, ਵਿਚਾਰੇ ਸਾਥਾ, ਉਹ ਆ ਕਰਕੇ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਬਾਣੀ ਭਾਵਨਾ ਦੇ ਨਾਲ ਪੜ੍ਹਨਾ ਕਰੇ, ਵਿਚਾਰ ਕਰਨਾ ਕਰੇ, ਵਿਚਾਰਾਂ ਨੂੰ ਸਰਵਣ ਕਰਨਾ ਕਰੇ, ਸੁਣਨਾ ਕਰੇ, ਬਾਣੀ ਨੂੰ ਸੁਣਨਾ ਕਰੇ ਤੇ ਵਿਚਾਰ ਕਰਕੇ ਉਹਨੂੰ ਮੰਨਣਾ ਕਰੇ, ਕਮਾਉਣਾ ਕਰੇ। ਸਾਡੇ ਦਰਸ਼ਨ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਵਿੱਚੋਂ ਹੋਣਾ ਕਰਨਗੇ। ਬੇਅੰਤ ਉਦਾਹਰਣਾਂ ਹਨ ਜਿਨ੍ਹਾਂ ਨੂੰ ਗੁਰਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਹੋਏ ਹਨ। ਸੋ ਸਤਿਗੁਰੂ ਗਰੀਬ ਨਵਾਜ ਕਹਿਣ ਲੱਗੇ, ਇੱਕ ਸਰਗੁਣ ਸਰੂਪ ਹੈ, ਇੱਕ ਨਿਰਗੁਣ ਸਰੂਪ ਹੈ। ਸਰਗੁਣ ਸਰੂਪ ਦੇ ਰੂਪ ਦੇ ਵਿੱਚ ਸਾਡੇ ਕੋਲ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਮੌਜੂਦ ਹਨ। ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ, ਰੂਪ ਸਤ ਜਿਸ ਦਾ ਇਸ ਤਰ੍ਹਾਂ ਦਾ ਸਰੂਪ ਵੀ ਸੱਚਾ ਹੈ, ਨਾਸ ਤੋਂ ਰਹਿਤ ਹੈ, ਤੇ ਜਾ ਕਾ ਸਤ ਅਸਥਾਨ, ਜਿਹਦਾ ਸੱਚਖੰਡ ਰੂਪੀ ਅਸਥਾਨ ਥਾਂ ਵੀ ਸੱਚਾ ਹੈ। ਪੁਰਖ ਸਤ ਕੇਵਲ ਪ੍ਰਧਾਨ, ਫਿਰ ਜੋ ਪੁਰਖ, ਪੁਰਖ ਨਾਮ ਹੈ ਪੂ, ਨਰਕਾਂ ਤੋਂ ਰੱਖਿਆ ਕਰਨ ਵਾਲਾ ਜੋ ਪਰਮਾਤਮਾ ਹੈ, ਜੋ ਪੂਰਨ ਵਾਹਿਗੁਰੂ ਪਰਮਾਤਮਾ ਹੈ। ਕੇਵਲ ਪ੍ਰਧਾਨ, ਜੋ ਕੇਵਲ ਨਿਰੋਲ ਹੋ ਕਰਕੇ, ਪ੍ਰਧਾਨ ਮੁਖੀ ਹੋ ਕਰਕੇ ਸਾਰਿਆਂ ਸਿੱਖਾਂ ਨੂੰ, ਸਾਰੇ ਜੀਵਾਂ ਨੂੰ ਪ੍ਰੇਰਣ ਵਾਲਾ ਹੈ। ਸਾਰਿਆਂ ਨੂੰ ਪ੍ਰੇਰ ਕਰਕੇ, ਨਿਰੋਲ ਹੋ ਕਰਕੇ ਧੰਦਿਆਂ ਦੇ ਵਿੱਚ ਲਾਉਣ ਵਾਲਾ ਹੈ। ਕਿਸੇ ਦੇ ਨਾਲ ਵੈਰ ਭਾਵ ਨਹੀਂ ਰੱਖਦਾ ਹੈ ਕਿ ਇਹ ਮੇਰਾ ਨਾਮ ਨਹੀਂ ਜਪਦਾ ਤੇ ਇਹਦੇ ਨਾਲ ਮੈਂ ਵੈਰ ਖੱਟਣਾ ਹੈ। ਉਹ ਵਾਹਿਗੁਰੂ ਆਪਣੀ ਮਾਇਆ ਪ੍ਰੇਰ ਕਰਕੇ ਜੀਵਾਂ ਨੂੰ, ਸਾਰਿਆਂ ਨੂੰ ਧੰਦਿਆਂ ਦੇ ਵਿੱਚ ਲਾਉਣ ਵਾਲਾ ਹੈ। ਕਰਤੂਤ ਸਤ ਸਤ ਜਾ ਕੀ ਬਾਣੀ, ਫਿਰ ਜਿਸ ਵਾਹਿਗੁਰੂ ਪਰਮਾਤਮਾ ਦੀ ਕਰਤੂਤ ਭਾਵ ਕਿ ਜਿਹੜੇ ਉਸਦੇ ਕਰਤੱਵ ਹਨ, ਕਰਮ ਹਨ, ਉਹ ਵੀ ਸੱਚੇ ਹਨ, ਉਹ ਵੀ ਨਾਸ਼ ਤੋਂ ਰਹਿਤ ਹਨ। ਸਤ ਜਾ ਕੀ ਬਾਣੀ, ਜਿਸ ਦੀ ਬਾਣੀ ਵੀ ਸੱਚੀ ਹੈ। ਸਤਿਗੁਰੂ ਜੀ ਕਹਿੰਦੇ, ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਸੱਚ ਕੀ ਬਾਣੀ ਨਾਨਕ ਆਖੈ,
ਸੱਚ ਸੁਣਾਏ ਸੀ ਸੱਚ ਕੀ ਬੇਲਾ। ਸਤਿਗੁਰੂ ਜੀ ਕਹਿੰਦੇ ਅਸੀਂ ਸੱਚ ਦੀ ਬਾਣੀ ਉਚਾਰਨ ਕਰਦੇ ਹਾਂ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਦੋ। ਸਾਨੂੰ ਜਿਵੇਂ ਧੁਰ ਦਰਗਾਹ ਤੋਂ ਬਾਣੀ ਆਉਂਦੀ ਹੈ ਅਸੀਂ ਉਵੇਂ ਉਚਾਰਨ ਕਰਕੇ ਤੁਹਾਨੂੰ ਸੁਣਾਉਣਾ ਕਰਦੇ ਹਾਂ, ਆਪਣੇ ਕੋਲੋਂ ਕੁਝ ਵੀ ਉਚਾਰਦੇ ਨਹੀਂ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਹ ਧੁਰ ਦਰਗਾਹ ਤੋਂ ਬਾਣੀ ਆਈ ਹੈ। ਇਹ ਬਾਣੀ ਵੀ ਸੱਚ ਹੈ, ਸੱਚ ਸਰੂਪ ਹੈ। ਸਤ ਪੁਰਖ ਸਭ ਮਾਹੇ ਸਮਾਣੀ। ਫਿਰ ਜੋ ਵਾਹਿਗੁਰੂ ਪਰਮਾਤਮਾ ਹੈ ਸਤ ਪੁਰਖ ਸੱਚਾ ਹੈ, ਪੁਰਖ ਨਰਕਾਂ ਤੋਂ ਰੱਖਿਆ ਕਰਨ ਵਾਲਾ ਹੈ। ਸਭ ਮਾਹਿ ਸਮਾਣੀ, ਸਾਰੇ ਜੀਵਾਂ ਦੇ ਅੰਦਰ ਉਸ ਵਾਹਿਗੁਰੂ ਪਰਮਾਤਮਾ ਦੀ ਇੱਕ ਜੋਤ ਸਮਾਈ ਹੋਈ ਹੈ। ਸਭ ਮਹਿ ਜੋਤ, ਜੋਤ ਹੈ ਸੋਏ। ਸਾਰਿਆਂ ਦੇ ਅੰਦਰ ਉਸ ਵਾਹਿਗੁਰੂ ਪਰਮਾਤਮਾ ਦੀ ਇੱਕੋ ਹੀ ਜੋਤ ਸਮਾਈ ਹੋਈ ਹੈ। ਕੋਈ ਵੱਡਾ ਹੋਵੇ, ਕੋਈ ਛੋਟਾ ਹੋਵੇ, ਕੋਈ ਰਾਜਾ ਹੋਵੇ, ਕੋਈ ਭਿਖਾਰੀ ਹੋਵੇ, ਕੋਈ ਕੰਗਾਲ ਹੋਵੇ, ਕੋਈ ਚੰਗਾ ਹੋਵੇ, ਕੋਈ ਮੰਦਾ ਹੋਵੇ, ਸਾਰਿਆਂ ਦੇ ਅੰਦਰ ਜੋਤ ਇੱਕ ਨਿਰੰਕਾਰ ਦੀ ਵਰਤ ਰਹੀ ਹੈ। ਸਾਰਿਆਂ ਦੇ ਅੰਦਰ ਇੱਕ ਵਾਹਿਗੁਰੂ ਪਰਮਾਤਮਾ ਦੀ ਜੋਤ ਹੈ। ਭਗਤ ਸਾਹਿਬ ਜਾਨ ਸਾਹਿਬ ਜੀ ਕਹਿੰਦੇ ਹਨ, ਸਭੈ ਕਟ ਰਾਮ ਬੋਲੇ ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈ ਬਹੁ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਅਸਥਾਵਰ ਜਿਹੜੇ ਜੜ ਹਨ, ਜਿਵੇਂ ਦਰਖਤ ਆਦਿਕ, ਪੱਥਰ ਆਦਿਕ ਜੜ ਹਨ। ਕੀਟ ਪਤੰਗਮ, ਫਿਰ ਜਿਹੜੇ ਕੀਟ ਕੀੜੇ ਆਦਿਕ ਨੇ, ਪਤੰਗੇ ਆਦਿਕ ਹਨ। ਘਟ ਘਟ ਰਾਮ ਸਮਾਨਾ ਰੇ। ਇਹਨਾਂ ਸਾਰਿਆਂ ਦੇ ਅੰਦਰ ਇੱਕ ਵਾਹਿਗੁਰੂ ਪਰਮਾਤਮਾ ਸਮਾਇਆ ਹੋਇਆ। ਸਾਰਿਆਂ ਦੇ ਅੰਦਰ ਇੱਕ ਵਾਹਿਗੁਰੂ ਪਰਮਾਤਮਾ ਦੀ ਜੋਤ ਸਮਾਈ ਹੋਈ ਹੈ। ਇਸ ਕਰਕੇ ਇਹ ਜੀਵ ਸਾਰੇ ਜੀਵਾਂ ਨੂੰ ਪਰਮਾਤਮਾ ਦਾ ਰੂਪ ਜਾਣਨਾ ਕਰ। ਕਿਸੇ ਨੂੰ ਮੰਦਾ ਬੋਲਣਾ ਕਰ, ਕਿਸੇ ਨੂੰ ਮਾੜਾ ਨਾ ਬੋਲਣਾ ਕਰ, ਕਿਸੇ ਦੀ ਨਿੰਦਿਆ ਨਾ ਕਰਨਾ ਕਰ। ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਇਹ ਜੀਵ, ਉਹ ਵਾਹਿਗੁਰੂ ਪਰਮਾਤਮਾ ਸਭਨਾਂ ਦੇ ਅੰਦਰ ਵਰਤਦਾ ਹੈ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਇਹ ਸਿੱਖਾ, ਭਾਵੇਂ ਕੋਈ ਮਾੜੇ ਤੋਂ ਮਾੜਾ ਹੈ, ਉਹਦੇ ਅੰਦਰ ਵੀ ਚੰਗੇ ਗੁਣ ਹਨ ਤੇ ਉਹਨੂੰ ਧਾਰਨ ਕਰ ਲੈਣਾ ਕਰ। ਤੇ ਜੇ ਕੋਈ ਚੰਗੇ ਗੁਣਾਂ ਵਾਲਾ ਹੈ, ਉਹਦੇ ਮਾੜੇ ਗੁਣਾਂ ਨੂੰ ਨਾ ਦੇਖਣਾ ਕਰ, ਉਹਦੇ ਮਾੜੇ ਗੁਣਾਂ ਨੂੰ ਛੱਡ ਦੇਣਾ ਕਰ। ਕਹਿੰਦੇ ਜੈਸੇ ਨੈਣ ਬੈਨ ਸੁੰਦਰ ਸਰਬੰਗ ਮੋਰ, ਤਾਂ ਕਿ ਪਗ ਔਰ ਦੇਖ ਦੋਖ ਨਾ ਵਿਚਾਰੀਐ। ਜਿਵੇਂ ਇੱਕ ਮੋਰ ਬਚਨਾ ਕਰਕੇ ਬੜਾ ਸੁੰਦਰ ਬੋਲਦਾ ਹੈ, ਉਹਦੀ ਆਵਾਜ਼ ਬੜੀ ਮਧੁਰ ਹੈ, ਬੜੀ ਮਿੱਠੀ ਹੈ, ਫਿਰ ਉਹਦੇ ਨੇਤਰ ਬੜੇ ਸੋਹਣੇ ਹਨ, ਸਰੀਰ ਕਰਕੇ, ਪੰਖਾਂ ਕਰਕੇ ਬੜਾ ਸੋਹਣਾ ਹੈ। ਪਰ ਕਹਿੰਦੇ ਕਦੇ ਉਹਦੇ ਪੈਰਾਂ ਵੱਲ ਦੇਖ ਕਰਕੇ ਦੋਖ ਵਿਚਾਰੀ ਨਾ, ਕਿ ਉਹਦੇ ਪੈਰ ਸੋਹਣੇ ਨਹੀਂ ਹਨ। ਸੰਦਲ ਸੁਗੰਧ ਅਤ ਕੋਮਲ ਕਮਲ ਜੈਸੇ, ਕੰਟਕ ਬਿਲੋਕ ਨਾ ਦੋਖ ਵਰਤਾਰੀਐ। ਫਿਰ ਕਹਿੰਦੇ ਜਿਵੇਂ ਇੱਕ ਕਮਲ ਹੈ, ਉਹਦੇ ਪੱਤੇ ਬੜੇ ਸੋਹਣੇ ਨੇ, ਉਹਦੀ ਸੁਗੰਧੀ ਬੜੀ ਸੋਹਣੀ ਹੈ, ਬੜਾ ਕੋਮਲ ਹੈ, ਪਰ ਕਹਿੰਦੇ ਉਹਦੇ ਕੰਡਿਆਂ ਵੱਲ ਦੇਖ ਕਰਕੇ ਹਿਰਦੇ ਵਿੱਚ ਔਗਣ ਨਾ ਧਾਰਨਾ ਕਰੀ। ਫਿਰ ਕਹਿੰਦੇ ਜਿਵੇਂ ਇੱਕ ਫਲ ਹੁੰਦਾ ਹੈ, ਬੜਾ ਹੀ ਮਿੱਠਾ ਹੁੰਦਾ ਹੈ, ਅੰਬ ਦਾ ਫਲ ਬੜਾ ਮਿੱਠਾ ਹੈ, ਪਰੰਤੂ ਬੀਜ ਕਰਵਾਈ ਕੈ ਔਗਣ ਨਾ ਚਿਤਾਰੀਆ। ਕਹਿੰਦੇ ਕੌੜਾ ਬੀਜ ਦੇਖ ਕਰਕੇ ਹਿਰਦੇ ਵਿੱਚ ਔਗਣ ਨਾ ਧਾਰਨਾ ਕਰੀ ਕਿ ਇਹਦਾ ਬੀਜ ਕੌੜਾ ਹੈ। ਯਾਦ ਰੱਖੀ ਉਹ ਜਿਹੜਾ ਫਲ ਹੈ ਉਹ ਮਿੱਠਾ ਹੈ, ਉਹਦੇ ਚੰਗੇ ਗੁਣਾਂ ਨੂੰ ਧਾਰਨ ਕਰਨਾ ਕਰੀ। ਇਸੇ ਪ੍ਰਕਾਰ ਕਹਿੰਦੇ ਤੈਸੇ ਗੁਰ ਗਿਆਨ ਦਾਨ ਸਭਹੁ ਤੇ ਮੰਗ ਲੀਜੈ। ਜਿੱਥੋਂ ਵੀ ਕਿਤੇ ਦਾਨ ਮਿਲੇ, ਜਿੱਥੋਂ ਵੀ ਤੇ ਗਿਆਨ ਮਿਲੇ, ਸਿੱਖਿਆ ਮਿਲੇ, ਚੰਗੇ ਗੁਣ ਮਿਲਣਾ ਕਰਨ ਧਾਰਨ ਕਰ ਲੈਣਾ ਕਰੀ। ਹਿਰਦੇ ਵਿੱਚ ਕਦੇ ਨਿੰਦਾ ਨਾ ਕਰਨਾ ਕਰੀ, ਕਿਤਿਓਂ ਕੋਈ ਮਾੜਾ ਗੁਣ ਨਾ ਧਾਰਨ ਕਰਨਾ ਕਰੀ। ਇਸੇ ਪ੍ਰਕਾਰ ਸਤਿਗੁਰੂ ਗਰੀਬ ਨਵਾਜ ਕਹਿੰਦੇ ਹਨ ਕਿ ਭਾਈ ਸਾਰਿਆਂ ਅੰਦਰ ਉਸ ਵਾਹਿਗੁਰੂ ਪਰਮਾਤਮਾ ਦੀ ਇੱਕ ਜੋਤ ਸਮਾਈ ਹੋਈ ਹੈ। ਕਿਸੇ ਜੀਵ ਨੂੰ ਮਾੜਾ ਨਾ ਬੋਲਣਾ ਕਰੀ, ਕਿਸੇ ਦੀ ਨਿੰਦਾ ਨਾ ਕਰਨਾ ਕਰੀ,
ਜਿੱਥੋਂ ਵੀ ਕੋਈ ਤੈਨੂੰ ਚੰਗਾ ਗੁਣ ਮਿਲੇ ਧਾਰਨ ਕਰ ਲੈਣਾ ਕਰੀ। ਆਵਗਣੀ ਭਰਪੂਰ ਹੈ ਗੁਣ ਭੀ ਵਸਹਿ ਨਾਲ। ਕੋਈ ਮਾੜੇ ਤੋਂ ਮਾੜਾ ਬੰਦਾ ਹੋਵੇ, ਔਗਣ ਤੋਂ ਔਗਣੀ ਬੰਦਾ ਹੋਵੇ, ਉਹਦੇ ਅੰਦਰ ਵੀ ਇੱਕ ਨਾ ਇੱਕ ਔਗੁਣ ਹੁੰਦਾ ਹੈ। ਕਾਂ ਨੂੰ ਬੜਾ ਮਾੜਾ ਬੋਲਦੇ ਨੇ, ਪਰੰਤੂ ਕਾਂ ਦੇ ਅੰਦਰ ਵੀ ਗੁਣ ਹਨ, ਤੇ ਇੱਕ ਨਹੀਂ ਅਨੇਕਾਂ ਗੁਣ ਹਨ। ਇਸੇ ਪ੍ਰਕਾਰ ਹੋਰਨਾਂ ਦੇ ਅੰਦਰ ਕਹਿੰਦੇ ਕੁੱਤਿਆਂ ਦੇ ਅੰਦਰ ਵੀ ਗੁਣ ਹਨ, ਸ਼ੇਰ ਦੇ ਅੰਦਰ ਵੀ ਗੁਣ ਹੈ, ਬਗਲੇ ਦੇ ਅੰਦਰ ਵੀ ਕੋਈ ਗੁਣ ਹੈ। ਇਹਨਾਂ ਸਾਰਿਆਂ ਦੇ ਅੰਦਰ ਕੋਈ ਨਾ ਕੋਈ ਗੁਣ ਹੈ, ਤੇ ਕਹਿੰਦੇ ਵੀ ਇਹ ਜਿਹੜੇ ਗੁਣ ਹਨ ਇਹਨਾਂ ਦੇ ਪਾਸੋਂ ਧਾਰਨ ਕਰ ਲੈਣਾ ਕਰੀ। ਇਸੇ ਪ੍ਰਕਾਰ ਸਤਿਗੁਰੂ ਗਰੀਬ ਨਵਾਜ ਜਿੱਥੇ ਕਿਰਪਾ ਕਰਕੇ ਸਮਝਾਉਣਾ ਕਰਦੇ ਨੇ, ਹੈ ਜੀਵ ਹੈ ਸਿਖਾ, ਉਹ ਵਾਹਿਗੁਰੂ ਪਰਮਾਤਮਾ ਦੀ ਜੋ ਜੋਤ ਹੈ ਸਾਰੇ ਜੀਵਾਂ ਦੇ ਅੰਦਰ ਸਮਾਈ ਹੋਈ ਹੈ। ਤੇ ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਦੂਸਰ ਨਾਹੀਂ। ਜਦੋਂ ਤੋਂ ਉਸ ਵਾਹਿਗੁਰੂ ਪਰਮਾਤਮਾ ਤੋਂ ਬਿਨਾ ਹੋਰ ਕੋਈ ਦੂਸਰਾ ਹੈ ਹੀ ਨਹੀਂ, ਤੇ ਕਿਸੇ ਨੂੰ ਮਾੜਾ ਕਿਵੇਂ ਬੋਲ ਸਕਦੇ ਹਨ? ਕਿਸੇ ਨੂੰ ਮਾੜਾ ਕਿਉਂ ਬੋਲਣਾ ਹੈ? ਸਤ ਕਰਮ ਜਾਗੀ ਰਚਨਾ ਸਤ। ਫਿਰ ਜਿਸ ਵਾਹਿਗੁਰੂ ਪਰਮਾਤਮਾ ਦਾ ਕਰਮ ਵੀ ਸੱਚਾ ਹੈ, ਜਿਸ ਦੇ ਕਰਤੱਵ ਵੀ ਸੱਚੇ ਹਨ, ਜਿਹੜੇ ਸੰਸਾਰ ਦੇ ਵਿੱਚ ਕਰਮ ਕਰਾਉਂਦਾ ਹੈ ਕਰਦਾ ਹੈ ਉਹ ਵੀ ਸੱਚੇ ਹਨ, ਜਿਹੜੇ ਸ੍ਰਿਸ਼ਟੀ ਦੀ ਸਿਰਜਣਾ ਰੂਪੀ ਕਰਮ ਕਰਦਾ ਹੈ ਕਰਤੱਵ ਕਰਦਾ ਹੈ ਉਹ ਵੀ ਸੱਚੇ ਹਨ, ਤੇ ਜਿਸ ਦੀ ਜਿਹੜੀ ਬਣਾਈ ਹੋਈ ਸ੍ਰਿਸ਼ਟੀ ਰੂਪੀ ਰਚਨਾ ਹੈ, ਜਿਸ ਦੀ ਬਣਾਈ ਹੋਈ ਮਾਇਆ ਰੂਪੀ ਰਚਨਾ ਹੈ ਉਹ ਵੀ ਸੱਚੀ ਹੈ, ਉਹ ਵੀ ਨਾਸ਼ ਤੋਂ ਰਹਿਤ। ਜਿਹੜੀ ਸੰਸਾਰ ਤਾਂ ਭਾਵੇਂ ਨਾਸ਼ਵੰਤ ਹੈ, ਪਰੰਤੂ ਚੇਤਨ ਸੱਤਾ ਉਸ ਵਾਹਿਗੁਰੂ ਪਰਮਾਤਮਾ ਦੀ ਹੈ, ਚੇਤਨਤਾ ਉਸ ਵਾਹਿਗੁਰੂ ਪਰਮਾਤਮਾ ਦੀ ਹੈ, ਤੇ ਚੇਤਨ ਰੂਪ ਹੋਣ ਕਰਕੇ ਉਹ ਵਾਹਿਗੁਰੂ ਪਰਮਾਤਮਾ ਸੱਚ ਹੈ, ਤੇ ਉਹਦੀ ਬਣਾਈ ਹੋਈ ਰਚਨਾ ਵੀ ਸੱਚ ਹੈ। ਮੂਲ ਸਤ ਸਤ ਉਤਪਤ। ਫਿਰ ਮੂਲ ਜੋ ਮੁੱਢ ਰੂਪ ਹੈ, ਜੋ ਕਾਰਨ ਰੂਪ ਵਾਹਿਗੁਰੂ ਪਰਮਾਤਮਾ ਹੈ ਉਹ ਵੀ ਸੱਚਾ ਹੈ, ਨਾਸ਼ ਤੋਂ ਰਹਿਤ ਹੈ। ਜਾਂ ਸੰਸਾਰ ਦੀ ਉਤਪਤੀ ਦਾ ਜੋ ਕਾਰਨ ਹੈ ਮਾਇਆ ਪਰਮਾਤਮਾ ਨੇ ਬਣਾਉਣਾ ਕੀਤੀ ਹੈ, ਸੱਚੀ ਹੈ। ਸਤ ਉਤਪਤ, ਉਤਪਤੀ ਰੂਪ ਜੋ ਮਾਇਆ ਸੰਸਾਰ ਬਣਾਉਣਾ ਕੀਤਾ ਹੈ ਇਹ ਵੀ ਸੱਚਾ ਹੈ। ਤੇ ਇੱਥੇ ਸ਼ੰਕਾ ਪੈਦਾ ਹੁੰਦਾ ਹੈ ਕਿ ਮੂਲ ਤੇ ਸੱਤ ਹੋ ਸਕਦਾ ਹੈ, ਕਿਉਂਕਿ ਮੂਲ ਪਰਮਾਤਮਾ ਹੈ, ਪਰੰਤੂ ਉਤਪਤੀ ਰੂਪੀ ਸੰਸਾਰ ਸੱਚ ਕਿਵੇਂ ਹੋ ਸਕਦਾ ਹੈ? ਕਿਉਂਕਿ ਸੰਸਾਰ ਚੇਤਨ ਸੱਤਾ ਉਸ ਵਾਹਿਗੁਰੂ ਪਰਮਾਤਮਾ ਦੀ ਹੈ। ਇਹ ਉਸ ਵਾਹਿਗੁਰੂ ਪਰਮਾਤਮਾ ਦੀ ਚੇਤਨਤਾ ਕਰਕੇ ਬਣਿਆ ਹੈ, ਤੇ ਇਹਦੇ ਅੰਦਰ ਜਿਹੜੇ ਮਹਾਤਮਾ ਜਨ ਸਾਧੂ ਜਨ ਹਨ, ਉਹ ਵਾਹਿਗੁਰੂ ਪਰਮਾਤਮਾ ਦਾ ਨਾਮ ਜਪ ਕਰਕੇ ਉਸ ਦੇ ਵਿੱਚ ਅਭੇਦ ਹੋ ਜਾਂਦੇ ਹਨ। ਇਹੀ ਇੱਕ ਅਵਸਰ ਹੈ, ਇਹੀ ਇੱਕ ਸਮਾਂ ਹੈ ਜਿੱਥੇ ਆ ਕਰਕੇ ਜੀਵ ਉਸ ਵਾਹਿਗੁਰੂ ਪਰਮਾਤਮਾ ਦੇ ਵਿੱਚ ਅਭੇਦ ਹੋ ਸਕਦਾ ਹੈ, ਉਸ ਦੀ ਚੇਤਨਤਾ ਨੂੰ ਜਾਣ ਸਕਦਾ ਹੈ। ਇਸ ਕਰਕੇ ਕਹਿੰਦੇ ਇਹ ਜਿਹੜੀ ਉਤਪਤੀ ਰੂਪੀ ਸੰਸਾਰ ਹੈ ਇਹ ਵੀ ਸੱਚਾ ਹੈ। ਸਤ ਕਰਣੀ ਨਿਰਮਲ ਨਿਰਮਲੀ। ਫਿਰ ਜਿਸ ਵਾਹਿਗੁਰੂ ਪਰਮਾਤਮਾ ਦੀ ਕਰਨੀ ਕਮਾਈ ਸੱਚ ਹੈ, ਫਿਰ ਨਿਰਮਲ ਨਿਰਮਲੀ ਭਾਵ ਕਿ ਨਿਰਮਲ ਤੋਂ ਨਿਰਮਲ ਹੈ, ਉਜਲ ਤੋਂ ਉਜਲ ਹੈ। ਉਸ ਵਾਹਿਗੁਰੂ ਪਰਮਾਤਮਾ ਦੀ ਕਰਤੂਤ ਕਰਤੱਵ ਪਵਿੱਤਰ ਤੋਂ ਪਵਿੱਤਰ ਹੈ, ਉਸ ਦੀ ਬਾਣੀ ਪਵਿੱਤਰ ਤੋਂ ਪਵਿੱਤਰ ਹੈ। ਉਹ ਵਾਹਿਗੁਰੂ ਪਰਮਾਤਮਾ ਜੋ ਪਤਿਤ ਪਾਵਨ ਹੈ, ਆਪਣੇ ਨਾਮ ਦੁਆਰਾ ਆਪਣੀ ਬਾਣੀ ਦੁਆਰਾ ਪਾਪੀਆਂ ਨੂੰ ਵੀ ਪਵਿੱਤਰ ਕਰਨ ਵਾਲਾ ਹੈ। ਉਸ ਵਾਹਿਗੁਰੂ ਪਰਮਾਤਮਾ ਦੇ ਦਰ ਤੇ ਜਾ ਕਰਕੇ ਜਿਹੜਾ ਕੋਈ ਔਗਣੀ ਵੀ ਹੁੰਦਾ ਹੈ ਝੁਕ ਜਾਂਦਾ ਹੈ, ਤੇ ਹਿਰਦੇ ਵਿੱਚ ਭਾਵਨਾ ਦੇ ਨਾਲ ਮੱਥਾ ਟੇਕਦਾ ਹੈ, ਉਹਦੇ ਅੰਦਰ ਵੀ ਇੱਕ ਕਣੀ ਨਾਮ ਦੀ ਪੈਦਾ ਹੋ ਜਾਂਦੀ ਹੈ, ਕਿਤੇ ਨਾ ਕਿਤੇ ਭਾਵਨਾ ਪੈਦਾ ਹੋ ਜਾਂਦੀ ਹੈ ਪ੍ਰਮਾਤਮਾ ਦੇ ਤਾਈਂ, ਤੇ ਉਹਦਾ ਹਿਰਦਾ ਥੋੜਾ ਜਿਹਾ ਸ਼ੁੱਧ ਹੋ ਜਾਂਦਾ ਹੈ। ਇਸ ਕਰਕੇ ਕਹਿੰਦੇ ਉਸ ਵਾਹਿਗੁਰੂ ਪਰਮਾਤਮਾ ਦਾ ਨਾਮ ਸੱਚਾ ਹੈ, ਬਾਣੀ ਸੱਚੀ ਹੈ, ਤੇ ਉਹਦੀ ਜਿਹੜੀ ਕਰਤੂਤ ਹੈ ਕਰਤੱਵ ਹਨ ਉਹ ਵੀ ਸੱਚੇ ਹਨ। ਜਿਸ ਹੈ ਬੁਝਾਏ ਤਿਸ ਹੈ ਸਭ ਭਲੀ। ਪਰੰਤੂ ਜਿਸ ਦੇ ਉੱਪਰ ਕਿਰਪਾ ਕਰਕੇ ਉਹ ਵਾਹਿਗੁਰੂ ਪਰਮਾਤਮਾ ਬੁਝਾਏ, ਆਪਣੀ ਕਰਤੂਤ ਬਾਰੇ ਆਪਣੇ ਕਰਤੱਵਾਂ ਬਾਰੇ ਜਣਾ ਦਿੰਦਾ ਹੈ, ਜਿਸ ਨੂੰ ਬੁਝਾ ਦਿੰਦਾ ਹੈ,
ਜਿਸ ਨੂੰ ਸਮਝਾ ਦਿੰਦਾ ਹੈ ਤਿਸ ਹੈ ਸਭ ਭਲੀ। ਉਹ ਸਭ ਭਲੀ ਕਰਕੇ ਜਾਣ ਲੈਂਦਾ ਹੈ ਤੇ ਸਾਰੀ ਵਸਤੂਆਂ ਨੂੰ ਭਲੀ ਪ੍ਰਕਾਰ ਉਹ ਸੱਚ ਸਮਝ ਲੈਂਦਾ ਹੈ। ਮਿਥਿਆ ਰੂਪੀ ਸੰਸਾਰ ਹੈ, ਪਰ ਇਹਦੇ ਵਿੱਚੋਂ ਜਿਹੜਾ ਤੱਤ ਕੱਢਣਾ ਹੈ ਉਸ ਤੱਤ ਸਿਧਾਂਤ ਨੂੰ ਸੱਚ ਕਰਕੇ ਜਾਣ ਲੈਂਦਾ ਹੈ। ਚਾਰ ਵੇਦਾਂ ਦਾ ਵੀ ਇਹ ਸਿਧਾਂਤ ਹੈ, ਤਤਵਸਮੀ। ਤਤ ਜਿਹੜਾ ਜੀਵ ਹੈ, ਇੱਕ ਤਵੰ ਜਿਹੜਾ ਈਸ਼ ਹੈ, ਤੇ ਅਸ ਜਿਹੜਾ ਵਾਹਿਗੁਰੂ ਪ੍ਰਮਾਤਮਾ ਬ੍ਰਹਮ ਰੂਪ ਹੈ, ਇਹ ਇਸ ਸੰਸਾਰ ਦੇ ਵਿੱਚ ਹੀ ਹਨ। ਜਿਵੇਂ ਦੁੱਧ ਦੇ ਵਿੱਚ ਹੀ ਮੱਖਣੀ ਹੈ, ਘਿਓ ਹੈ, ਜਿਹੜਾ ਕੋਈ ਰਿੜਕਣਾ ਕਰਦਾ ਹੈ ਤੇ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ। ਇਸੇ ਪ੍ਰਕਾਰ ਇਸ ਸੰਸਾਰ ਦੇ ਵਿੱਚੋਂ ਜਿਹੜਾ ਕਮਾਈ ਕਰਦਾ ਹੈ, ਘਾਲਣਾ ਕਰਦਾ ਹੈ, ਉਸ ਨੂੰ ਮੱਖਣੀ ਰੂਪੀ ਵਾਹਿਗੁਰੂ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਣਾ ਕਰਦੀ ਹੈ। ਉਹ ਵਾਹਿਗੁਰੂ ਪ੍ਰਮਾਤਮਾ ਸਾਰਿਆਂ ਦੇ ਅੰਦਰ ਸਮਾਇਆ ਹੋਇਆ ਹੈ। ਸੋ ਇਹ ਸਤਿਗੁਰੂ ਗਰੀਬ ਨਵਾਜ ਕਿਰਪਾ ਕਰਦੇ ਨੇ ਕਿ ਜਿਸ ਦੇ ਉੱਪਰ ਬਖਸ਼ਿਸ਼ ਕਰ ਦੇਣਾ ਕਰਦੇ ਨੇ, ਜਿਸ ਨੂੰ ਬਖਸ਼ਿਸ਼ ਕਰਕੇ ਆਪਣੇ ਨਾਲ ਜੋੜ ਲੈਣਾ ਕਰਦੇ ਹਨ, ਉਸ ਨੂੰ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਰਾ ਕੁਝ ਗਿਆਤ ਹੋ ਜਾਂਦਾ ਹੈ। ਨਾਨਕ ਹੁਕਮੇ ਅੰਦਰ ਸਭ ਕੋ ਬਾਹਰ, ਹੁਕਮ ਨਾ ਕੋਈ। ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਜਿਹੜਾ ਕੋਈ ਹੁਕਮ ਨੂੰ ਬੁੱਝ ਲੈਂਦਾ ਹੈ, ਜਾਣ ਲੈਂਦਾ ਹੈ। ਨਾਨਕ ਜੀ ਕੋ ਹੁਕਮ ਜੇ ਕੋ ਬੁਝੈ ਤਾਂ ਹਉਮੈ ਕਹੇ ਨਾ ਕੋਈ। ਜਿਹੜਾ ਕੋਈ ਹੁਕਮ ਨੂੰ ਬੁੱਝ ਲੈਂਦਾ ਹੈ, ਜਾਣ ਲੈਂਦਾ ਹੈ, ਤੇ ਫਿਰ ਉਹ ਹਉਮੈ ਨਹੀਂ ਕਹਿੰਦਾ, ਹੰਕਾਰ ਨਹੀਂ ਕਰਨਾ ਕਰਦਾ ਹੈ। ਇੱਕ ਵਾਹਿਗੁਰੂ ਪਰਮਾਤਮਾ ਨੂੰ ਸਾਰੇ ਪਾਸੇ ਪਰਿਪੂਰਨ ਜਾਣ ਲੈਂਦਾ ਹੈ। ਸਤ ਨਾਮ ਪ੍ਰਭ ਕਾ ਸੁਖਦਾਈ। ਜੋ ਵਾਹਿਗੁਰੂ ਪਰਮਾਤਮਾ ਦਾ ਸਤ, ਸਤ ਕੀ ਜਿਹੜਾ ਨਾਸ ਤੋਂ ਰਹਿਤ ਹੈ, ਸੱਚਾ ਹੈ, ਤ੍ਰੈ ਕਾਲ ਅਬਾਦ ਹੈ। ਨਾਮ ਜੋ ਪ੍ਰਸਿੱਧ ਹੈ, ਜੋ ਪ੍ਰਸਿੱਧ ਪ੍ਰਮਾਤਮਾ ਹੈ, ਜੋ ਵਾਹਿਗੁਰੂ ਪਰਮਾਤਮਾ ਦਾ ਸਤ ਨਾਮ ਸੱਚਾ ਨਾਮ ਹੈ। ਪ੍ਰਭ ਕਾ ਸੁਖਦਾਈ, ਉਹ ਸੁਖ ਦੇਣ ਵਾਲਾ ਹੈ। ਪ੍ਰਭੂ ਦਾ ਸੱਚਾ ਨਾਮ ਜੀਵ ਨੂੰ ਸੁਖ ਦੇਣ ਵਾਲਾ ਹੈ, ਸੁੱਖਾਂ ਦੀ ਪ੍ਰਾਪਤੀ ਕਰਾਉਣ ਵਾਲਾ ਹੈ, ਸੁੱਖਾਂ ਦਾ ਖਜ਼ਾਨਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਿ ਜੇਕਰ ਸਿੱਖਾ ਕੁਝ ਮੰਗਣਾ ਹੈ ਤੇ ਮੰਗਣਾ ਕਰ ਕਿ ਇਹ ਵਾਹਿਗੁਰੂ ਪਰਮਾਤਮਾ ਸਾਨੂੰ ਆਪਣੇ ਨਾਮ ਦੀ ਦਾਤ ਬਖਸ਼ ਦੇਣਾ ਕਰ। ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਸਾਡੇ ਤੇ ਕਿਰਪਾ ਕਰਕੇ ਸਾਨੂੰ ਪਿਆਰੀ ਵਸਤੂ ਨਾਮ ਬਖਸ਼ਿਸ਼ ਕਰ ਦੇਣਾ ਕਰੋ। ਸਾਨੂੰ ਕਿਰਪਾ ਕਰਕੇ ਆਪਣੇ ਨਾਮ ਦੀ ਬਖਸ਼ਿਸ਼ ਕਰ ਦੇਣਾ ਕਰੋ, ਤੇ ਸਾਡੇ ਹਿਰਦੇ ਅੰਦਰ ਇਹ ਚਾਹ ਹੋਵੇ ਕਿ ਦਿਨ ਰਾਤ ਅਸੀਂ ਆਪ ਜੀਆਂ ਦੇ ਨਾਮ ਨੂੰ ਜਪਦੇ ਰਹੀਏ। ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾ ਦਿਨ ਰਾਤ, ਨਾਨਕ ਚਾਓ ਇਹੋ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਸ ਵਾਹਿਗੁਰੂ ਪਰਮਾਤਮਾ ਦਾ ਜੋ ਸੱਚਾ ਨਾਮ ਹੈ ਉਹ ਸੁਖ ਦੇਣ ਵਾਲਾ ਹੈ। ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ। ਸਤਿਗੁਰੂ ਗਰੀਬ ਨਵਾਜ ਪਾਵਨ ਪਦੇ ਦੀ ਸਮਾਪਤੀ ਕਰਦਿਆਂ ਬਖਸ਼ਿਸ਼ ਕਰਦੇ ਨੇ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ। ਗੁਰੂ ਦੇ ਪਾਸੋਂ ਉਸ ਵਾਹਿਗੁਰੂ ਪਰਮਾਤਮਾ ਤੇ ਅਟਲ ਦ੍ਰਿੜ ਵਿਸ਼ਵਾਸ ਨਿਸ਼ਚਾ ਜਿਹੜਾ ਹੈ ਪ੍ਰਾਪਤ ਹੋਣਾ ਕਰਦਾ ਹੈ। ਜੋ ਸਤ ਸੱਚਾ ਹੈ, ਨਾਸ ਤੋਂ ਰਹਿਤ ਹੈ, ਤ੍ਰੈ ਕਾਲ ਆਬਾਦ ਹੈ, ਅਬਿਨਾਸੀ ਵਾਹਿਗੁਰੂ ਪਰਮਾਤਮਾ ਹੈ। ਇਸ ਕਰਕੇ ਸਤਿਗੁਰੂ ਜੀ ਦੀ ਅਰਦਾਸ ਜਦੋਂ ਕਰਦੇ ਹਾਂ, ਇਹ ਅਰਦਾਸ ਦੇ ਵਿੱਚ ਇਹ ਦਾਨ ਮੰਗਣਾ ਕਰਦੇ ਹਨ ਕਿ ਇਹ ਵਾਹਿਗੁਰੂ ਪਰਮਾਤਮਾ ਆਪਣੇ ਸਿੱਖਾਂ ਨੂੰ ਸਿੱਖੀ ਦਾਨ, ਨਾਮ ਦਾਨ, ਭਰੋਸਾ ਦਾਨ, ਭਰੋਸੇ ਦੀ ਦਾਤ ਬਖਸ਼ਿਸ਼ ਕਰਨਾ ਕਰੇ ਕਿ ਸਾਨੂੰ ਆਪ ਜੀਆਂ ਤੇ ਅਟਲ ਵਿਸ਼ਵਾਸ ਹੋ ਜਾਵੇ, ਦ੍ਰਿੜ ਨਿਸ਼ਚਾ ਹੋ ਜਾਣਾ ਕਰੇ, ਤੇ ਅਸੀਂ ਕਦੇ ਆਪ ਜੀਆਂ ਦੇ ਵਿਸ਼ਵਾਸ ਤੋਂ ਡੋਲਣਾ ਨਾ ਕਰੀਏ, ਆਪਣੇ ਸਰੂਪ ਤੋਂ ਮਨ ਕਰਕੇ ਡੋਲਣਾ ਨਾ ਕਰੀਏ। ਜਿਨ੍ਹਾਂ ਦੇ ਉੱਪਰ ਸਤਿਗੁਰੂ ਗਰੀਬ ਨਵਾਜ ਕਿਰਪਾ ਕਰ ਦਿੰਦੇ ਹਨ, ਉਹਨਾਂ ਨੂੰ ਅਟਲ ਪਦਵੀ ਦੀ ਬਖਸ਼ਿਸ਼ ਕਰ ਦਿੰਦੇ ਨੇ, ਦ੍ਰਿੜ ਨਿਸ਼ਚੇ ਭਰੋਸੇ ਦੀ ਦਾਤ ਬਖਸ਼ ਦੇਣਾ ਕਰਦੇ ਨੇ। ਇਹ ਸਾਰਾ ਕੁਝ ਗੁਰੂ ਦੇ ਪਾਸੋਂ ਪ੍ਰਾਪਤ ਹੋਣਾ ਕਰਦਾ ਹੈ। ਸਤਿਗੁਰੂ ਗਰੀਬ ਨਵਾਜ ਕਿਰਪਾ ਕਰਨ। ਸਮਾਂ ਸਮਾਪਤ ਹੈ। ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੇ ਖਿਮਾ। ਅਗਾਹਾਂ ਤੋਂ ਸਤਿਗੁਰੂ ਜੀ ਸਮਤ ਬਖਸ਼ਣ। ਸਤਿਗੁਰੂ ਤੇ ਸਤਿਗੁਰੂ ਦੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਸਤ ਕਰਨੀ ਨਿਰਮਲ ਨਿਰਮਲੀ, ਜਿਸ ਹੈ ਬੁਝਾਏ ਤਿਸ ਹੈ ਸਭ ਭਲੀ। ਸਤ ਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ, ਜਿਉ ਪਿੰਡ ਸਭ ਤੇ